हाँ जी प्यारे बच्चों, ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਕੰਪੀਟੀਸ਼ਨ ਵਾਰੀਅਰ ਤੇ। ਜਿਵੇਂ ਕਿ ਤੁਹਾਨੂੰ ਪਤਾ ਬੱਚਿਓ, ਇੱਕ ਆਪਣੀ ਨਾ ਪੀਪੀਐਸਸੀ ਦੀ ਸੀਨੀਅਰ ਅਸਿਸਟੈਂਟ ਦੀ ਪੋਸਟ ਆਈ ਸੀ, ਜਿਹਦੇ ਵਿੱਚ ਪੇਪਰ ਤੋਂ ਬਾਅਦ ਕੀ ਹੋਊਗਾ, ਆਪਣਾ ਟਾਈਪਿੰਗ ਦਾ ਟੈਸਟ ਵੀ ਹੋਊਗਾ। ਇਹ ਜਿਹੜਾ ਸੀਨੀਅਰ ਅਸਿਸਟੈਂਟ ਦਾ ਪੇਪਰ ਆ ਬੱਚਿਓ, ਪੀਪੀਐਸਸੀ ਨੇ ਲੈਣਾਗਾ। ਇਹਦੇ ਵਿੱਚ ਆਪਣੇ ਕੋਲੇ ਦੋ ਸਬਜੈਕਟ ਬੱਚਿਓ ਮੋਰ ਸੀ। ਇੱਕ ਤਾਂ ਆਪਣੇ ਕੋਲੇ ਜੀਕੇ ਦਾ ਪਾਰਟ ਆ ਮੇਨ, ਇੱਕ ਆਪਣੇ ਕੋਲ ਬੱਚਿਓ ਮੈਥ ਤੇ ਰੀਜ਼ਨਿੰਗ ਦਾ ਪਾਰਟ ਹੈ। ठीक है जी, ਆਪਾਂ ਇਹਦੀ ਪਹਿਲਾਂ ਇੱਕ ਡੈਮੋ ਕਲਾਸ ਕੀਤੀ ਸੀ ਬੱਚੋ ਪੀਪੀਐਸਸੀ ਦੇ ਵਾਸਤੇ। ਉਹਦੇ ਵਿੱਚ ਆਪਾਂ ਡਿਸਕਾਊਂਟ ਚੈਪਟਰ ਨੂੰ ਡਿਸਕਸ ਕੀਤਾ ਸੀ। ਅੱਜ ਆਪਾਂ ਐਚਸੀਐਫ ਤੇ ਐਲਸੀਐਮ ਦਾ ਬੇਸਿਕ ਡਿਸਕਸ ਕਰਾਂਗੇ, ਉਹ ਵੀ ਆਪਾਂ ਪੀਪੀਐਸਸੀ ਦਾ ਸੀਨੀਅਰ ਅਸਿਸਟੈਂਟ ਦਾ ਲੈ ਕੇ। ਆਪਾਂ ਨੂੰ ਪਤਾ ਕਿ ਪੋਸਟ ਭਰੀ ਨੂੰ ਕਾਫੀ ਟਾਈਮ ਹੋ ਗਿਆ ਸੀ, ਉਮੀਦ ਹੈ ਕਿ ਇਹਦਾ ਪੇਪਰ ਹੋਣਾ ਜਲਦੀ ਹੋਊਗਾ। ਆਪਾਂ ਸਟਾਰਟ ਕਰਦੇ ਸਭ ਤੋਂ ਪਹਿਲਾਂ ਬੱਚੋ, ਸਭ ਤੋਂ ਪਹਿਲਾਂ ਆਪਾਂ ਐਲਸੀਐਮ ਦੀ ਗੱਲ ਕਰੀਏ। ਆਪਣੇ ਕੋਲ ਐਲਸੀਐਮ ਹੁੰਦਾ ਕੀ ਆ? ਜਿਹੜਾ ਬੱਚੋ ਆਪਣੇ ਕੋਲ ਐਲਸੀਐਮ ਵੈਲਿਊ ਹੁੰਦੀ ਆ, ਉਹ ਕਹਿੰਦੇ ਲੀਸਟ ਕਾਮਨ ਮਲਟੀਪਲ ਹੁੰਦਾ। ਐਲ ਦਾ ਮਤਲਬ ਲੀਸਟ, ਸੀ ਦਾ ਮਤਲਬ ਕਾਮਨ, ਐਮ ਦਾ ਮਤਲਬ ਮਲਟੀਪਲ। ਆਪਣੇ ਕੋਲ ਲੀਸਟ ਕਾਮਨ ਮਲਟੀਪਲ ਹੁੰਦਾ, ਜਿਹਨੂੰ ਆਪਾਂ ਐਲਸੀਐਮ ਬੋਲਦੇ ਆ। ਜਿਵੇਂ ਸਪੋਜ਼ ਕਰ ਲਓ ਬੱਚੇ, ਆਪਣੇ ਕੋਲ ਇੱਕ 8 ਨੰਬਰ ਹੈ, ਇੱਕ 12, ਠੀਕ ਹੈ। ਜਿਵੇਂ ਨੂੰ ਕੋਈ ਕਹੇ ਕਿ ਬੱਚੋ ਇਹਦਾ ਆਪਾਂ ਐਲਸੀਐਮ ਦੱਸੀਏ, ਇਹਦਾ ਐਲਸੀਐਮ ਕੀ ਹੋਊਗਾ? ਆਪਣਾ ਸਭ ਤੋਂ ਵੱਡਾ ਨੰਬਰ ਕਿਹੜਾ ਇਹਦੇ ਵਿੱਚ? 12। 12 ਦਾ ਮੈਂ ਟੇਬਲ ਬਣੂਗਾ, 12 1 12। 12 ਦੇ ਉੱਤੇ 12 ਤਾਂ ਹੁੰਦਾ ਪਰ 8 ਨਹੀਂ ਹੁੰਦਾ। 12 ਗੁਣਾ ਕਿੰਨਾ ਹੁੰਦਾ ਬੱਚੋ? 24। 24 ਟੇਬਲ ਤੇ 8 ਵੀ ਹੁੰਦਾ, 12 ਵੀ ਹੁੰਦਾ, ਤਾਂ ਇਹਦਾ ਐਲਸੀਐਮ ਕਿੰਨਾ ਆ ਗਿਆ? 24। 24 ਦੇ ਟੇਬਲ ਦੇ ਵਿੱਚ 8 ਵੀ ਆਊਗਾ, 24 ਦੇ ਟੇਬਲ ਦੇ ਵਿੱਚ 12 ਵੀ ਆਊਗਾ, ਤਾਂ ਆਪਣਾ ਐਲਸੀਐਮ ਕਿੰਨਾ ਆ ਗਿਆ? 24। ਐਲਸੀਐਮ 24 ਆ ਗਿਆ ਬੱਚੋ। ਜਿਹੜੀ 24 ਆ ਉਹ ਬਹੁਤ ਲੀਸਟ, ਸਭ ਤੋਂ ਲੀਸਟ ਵੈਲਿਊ ਆ, ਜਿਹੜੀ 8 ਦੇ ਟੇਬਲ ਤੇ ਵੀ ਆਉਂਦੀ ਆ ਤੇ 12 ਦੇ ਟੇਬਲ ਤੇ ਵੀ ਆਉਂਦੀ ਹੈ, ਠੀਕ ਹੈ। ਹੁਣ ਜਿਵੇਂ ਆਪਣੇ ਕੋਲ ਤਿੰਨ ਨੰਬਰ ਨੇ, 8 12 ਤੇ 16, ਇਹ ਤਿੰਨ ਨੰਬਰ ਨੇ ਬੱਚੋ। ਜੇ ਮੈਂ ਇਹਦਾ ਐਲਸੀਐਮ ਦੇਖਣਾ ਹੋਵੇ, ਮੈਂ ਉਹ ਲੀਸਟ ਛੋਟੀ ਕਾਮਨ ਵੈਲਿਊ ਦੇਖੂੰਗਾ ਜਿਹੜੀ ਤਿੰਨਾਂ ਦੇ ਟੇਬਲ ਤੇ ਹੁੰਦੀ ਹੈ, ਠੀਕ ਹੈ। ਮੈਂ ਕੀ ਕਰੂੰਗਾ, ਜਿਹੜਾ ਇਹਦੇ ਵਿੱਚੋਂ ਬੱਚੋ ਵੱਡਾ ਨੰਬਰ ਹੈ, ਵੱਡਾ ਨੰਬਰ ਕਿਹੜਾ ਬੱਚੋ? 16, ਉਹਦਾ ਟੇਬਲ ਪੜ੍ਹ ਦਾਂਗਾ। 16 1 16, 16 ਗੁਣਾ 32, 32 ਦੇ ਵਿੱਚੋਂ 8 ਤਾਂ ਆਉਂਦਾ ਪਰ 12 ਨਹੀਂ ਆਉਂਦਾ। 16 ਤੀਆ ਕਿੰਨਾ ਹੁੰਦਾ ਬੱਚੋ? 48। 16 ਤੀਆ ਕਿੰਨਾ ਹੁੰਦਾ? 48। 16 ਤੀਆ 48 ਹੁੰਦਾ ਬੱਚੋ। 16 ਤੀਆ 48 ਤੇ ਦੇਖੋ 16 ਵੀ ਆਉਂਦਾਗਾ, 12 ਵੀ ਆਉਂਦਾ ਤੇ 8 ਵੀ ਆਉਂਦਾ, ਠੀਕ ਆ। ਤਾਂ ਬੱਚੋ ਦਾ ਜਿਹੜਾ ਐਲਸੀਐਮ ਆ, ਐਲਸੀਐਮ ਬੱਚੋ ਆਪਣੇ ਕੋਲ ਕਿੰਨਾ ਹੋਊਗਾ? 48। ਐਲਸੀਐਮ ਬੱਚੋ 48 ਕਿਉਂ ਹੋਊਗਾ? ਕਿਉਂਕਿ ਜਿਹੜਾ 48 ਆ ਬੱਚੋ, ਉਹ ਆਪਣਾ 16 ਦੇ ਟੇਬਲ ਤੇ ਵੀ ਆਉਂਦਾਗਾ, 12 ਦੇ ਟੇਬਲ ਤੇ ਵੀ ਆਉਂਦਾ ਤੇ 8 ਦੇ ਟੇਬਲ ਵੀ ਆਉਂਦਾਗਾ। ਐਲਸੀਐਮ ਦਾ ਮਤਲਬ ਕਿਹਦਾ? ਲੀਸਟ ਕਾਮਨ ਵੈਲਿਊ, ਠੀਕ ਹੈ ਜੀ। ਆਪਣੇ ਕੋਲੇ ਹੁਣ ਆਪਣੇ ਕੋਲ ਆ ਤਿੰਨ ਨੰਬਰ ਦਿੱਤੇ ਹੋਏ, ਇਹਦੀ ਲੀਸਟ ਕਾਮਨ ਵੈਲਿਊ ਕੱਢਣੀ ਆ। ਦੇਖੋ ਇੱਕ ਤਾਂ ਬੱਚੇ ਆਪਣੇ ਕੋਲ ਕਿੰਨਾ? 24, ਠੀਕ ਹੈ। ਇੱਕ ਆਪਣੇ ਕੋਲ ਕਿੰਨਾ ਵਾ? 36। ਇੱਕ ਆਪਣੇ ਕੋਲ ਕਿੰਨਾ ਬੱਚੋ? 40, ਠੀਕ ਹੈ। ਇਹਦਾ ਆਪਾਂ ਕੀ ਕਰਨਾ ਬੱਚੋ? ਐਲਸੀਐਮ ਦੇਖਣਾਗਾ। ਇੱਕ ਤਾਂ ਦੇਖੋ ਆਪਾਂ ਕੀ ਕਰ ਸਕਦੇ ਬੱਚੋ, ਸਭ ਤੋਂ ਵੱਡਾ ਨੰਬਰ ਕੀ ਹੈ? 40। 40 ਦਾ ਆਪਾਂ ਟੇਬਲ ਪੜ੍ਹਦੇ ਹਾਂ ਕਿ ਉਹਦੇ ਵਿੱਚ 36 ਵੀ ਆਉਣਾ ਚਾਹੀਦਾ ਤੇ ਕੀ ਆਉਣਾ ਚਾਹੀਦਾ ਨਾਲ 24 ਵੀ ਆਉਣਾ ਚਾਹੀਦਾ। ਦੂਸਰੀ ਗੱਲ ਹੈ ਕਿ ਜਿਹੜਾ ਆਪਾਂ ਨੂੰ ਲੱਗਦਾ ਕਿ ਅਗਰ 40 ਦਾ ਟੇਬਲ ਜ਼ਿਆਦਾ ਵੱਡਾ ਹੈ, 36 ਦਾ ਟੇਬਲ ਆਪਾਂ ਤੋਂ ਨਹੀਂ ਪਤਾ ਲੱਗਣਾ, ਤਾਂ ਕੀ ਕਰ ਸਕਦੇ ਬੱਚੇ? ਨੂੰ ਚ ਆਪਾਂ ਕਾਮਨ ਪਹਿਲਾਂ 2 ਤੇ ਲੈ ਜਾਂਦੇ। ਕਿੰਨਾ ਆ ਗਿਆ? 12। ਇੱਥੇ ਬੱਚੋ ਕਿੰਨਾ ਆ ਗਿਆ? 18। ਇੱਥੇ ਬੱਚੋ ਕਿੰਨਾ ਆ ਗਿਆ ਆਪਣੇ ਕੋਲੇ? ਠੀਕ ਹੈ। ਫਿਰ 2 ਤੇ ਮੈਂ ਹੋਰ ਲੈ ਜਾਣਾਗਾ, ਕਿੰਨਾ ਆ ਗਿਆ? 6। ਇੱਥੇ ਕਿੰਨਾ ਆ ਗਿਆ? 9। ਇੱਥੇ ਕਿੰਨਾ ਆ ਗਿਆ? 10, ਠੀਕ ਹੈ। ਜਿਵੇਂ ਕਿ ਤੁਹਾਨੂੰ ਪਤਾ ਬੱਚੋ, ਆਪਾਂ ਇਸ ਤਰ੍ਹਾਂ ਲਿਆਂਦੇ ਆਪਾਂ 1 1 ਤੇ ਲੈ ਕੇ ਜਾਂਦੇ ਹਾਂ, ਪਰ ਆਪਾਂ ਇਹਨੂੰ ਇੰਨਾ ਲੈਂਥੀ ਲਿਜਾਣ ਦੀ ਜ਼ਰੂਰਤ ਨਹੀਂ। ਸਿਰਫ ਆਪਾਂ ਇਹ 2 ਤੇ ਵੀ ਤਾਂ ਇੱਕ ਵਾਰੀ 2 ਤੇ ਲੈ ਕੇ ਗਿਆ, ਫਿਰ ਆਪਾਂ 2 ਤੇ ਲੈ ਕੇ ਗਿਆ, ਉਹ ਵੀ ਤਾਂ ਕਰਕੇ ਲੈ ਕੇ ਗਿਆ ਸੀ ਕਿਉਂਕਿ ਆਪਾਂ ਨੂੰ ਜਿਹੜਾ 40 ਦਾ ਟੇਬਲ ਆ ਉਹ ਥੋੜਾ ਜਿਹਾ ਜ਼ਿਆਦਾ ਵੱਡਾ ਲੱਗਿਆ, ਤਾਂ ਕਿ ਆਪਾਂ ਨੂੰ 36 ਦਾ ਜਿਹੜਾ ਟੇਬਲ ਆ ਹੈਂਡਲ ਕਰਨ 'ਚ ਪ੍ਰੋਬਲਮ ਆਊਗੀ। ਹੁਣ ਦੇਖੋ ਇਹਦੇ ਵਿੱਚ ਸਭ ਤੋਂ ਵੱਡਾ ਨੰਬਰ ਕਿਹੜਾ ਗਾ ਆਪਣੇ ਕੋਲੇ? 10। 10 ਦਾ ਦੇਖੋ 10 ਨੂੰ ਜੇ ਆਪਾਂ 9 ਦੇ ਨਾਲ ਗੁਣਾ ਕਰਾਂਗੇ, ਕਿੰਨਾ ਬਣ ਜੂ ਬੱਚੇ? 90। 90 ਤੇ ਕੌਣ ਆਉਂਦਾ? 9 ਵੀ ਆਉਂਦਾ। 90 ਦੇ ਵਿੱਚ ਕੌਣ ਆਉਂਦਾ? 6 ਵੀ ਆਉਂਦਾਗਾ। ਤਾਂ ਇੱਥੋਂ ਆਪਣੇ ਕੋਲ ਜਿਹੜਾ ਕਾਮਨ ਨੰਬਰ ਆ ਬੱਚੋ ਕਿੰਨਾ ਆ ਗਿਆ? 90। ਇਹਨਾਂ ਤਿੰਨਾਂ ਨੰਬਰਾਂ ਦਾ ਜਿਹੜਾ ਕਾਮਨ ਕਿੰਨਾ ਆ ਗਿਆ? 90, ਠੀਕ ਆ। ਉਸ ਤੋਂ ਬਾਅਦ ਬੱਚੋ ਕਾਮਨ ਨੰਬਰ ਕਿੰਨਾ ਸੀ? 2 ਇਹਦੇ ਉੱਪਰ, ਤਾਂ ਕਿੰਨਾ ਬਣ ਗਿਆ? 180। ਉਸ ਤੋਂ ਉੱਪਰ ਕਾਮਨ ਬੱਚੋ ਕਿੰਨਾ ਗਾ? 2, ਤਾਂ ਕਿੰਨਾ ਬਣ ਗਿਆ ਬੱਚੋ? 360। ਤਾਂ ਆਪਣਾ ਜਿਹੜਾ ਐਲਸੀਐਮ ਹੋਊਗਾ ਉਹ ਕਿੰਨਾ ਹੋਊਗਾ ਬੱਚੋ? 360। ਆਪਣਾ ਬੱਚੋ ਸੀ ਵਾਲਾ ਇਹਦੇ ਵਿੱਚ ਆਨਸਰ ਆਊਗਾ। ਆਨਸਰ ਕਿੰਨਾ ਹੋਊਗਾ? 360। ਦੇਖੋ ਜਿਹੜਾ 360 ਆ ਉਹ 24 ਦੇ ਟੇਬਲ ਤੇ ਵੀ ਆਉਂਦਾਗਾ, 36 ਦੇ ਟੇਬਲ ਤੇ ਵੀ ਆਉਂਦਾਗਾ ਤੇ 40 ਦੇ ਟੇਬਲ ਤੇ ਵੀ ਆਉਂਦਾਗਾ, ਠੀਕ ਆ। ਤਾਂ ਆਪਣੇ ਕੋਲ ਲੀਸਟ ਵੈਲਿਊ ਕਿਹੜੀ ਆਊਗੀ? 360। ਤਾਂ ਆਪਣਾ ਐਲਸੀਐਮ ਕਿਹੜਾ ਹੋਊਗਾ ਬੱਚੋ? 360। ਆਪਾਂ 360 ਕੀ ਲਾਵਾਂਗੇ? ਆਨਸਰ ਲਾਵਾਂਗੇ। ਐਲਸੀਐਮ ਦਾ ਮਤਲਬ ਕਿ ਲੀਸਟ ਕਾਮਨ ਮਲਟੀਪਲ, ਸਭ ਤੋਂ ਛੋਟੀ ਵੈਲਿਊ ਜਿੰਨੇ ਨੰਬਰ ਨੇ ਉਹਨਾਂ ਦੇ ਟੇਬਲ ਤੇ ਹੋਣੀ ਚਾਹੀਦੀ ਹੈ ਕਾਮਨ ਵੈਲਿਊ, ਜੇ 4 ਨੰਬਰ 5 ਨੰਬਰ 6 ਨੰਬਰ ਜਿੰਨੇ ਵੀ ਹੋਣ। ਜਿਵੇਂ ਬੱਚੋ ਦੇਖੋ ਆਪਣੇ ਕੋਲ ਦਿੱਤਾ ਹੋਏਗਾ, ਆਪਾਂ ਨੂੰ ਗੱਲ ਕੀਤੀ ਆ 5 ਦੀ, 12 ਦੀ ਤੇ 15 ਦੀ ਤੇ 6। ਦੇਖੋ ਬੱਚੇ ਆਪਣੇ ਕੋਲ ਕਿੰਨੇ ਨੰਬਰ ਨੇ? 4। ਇਹਨਾਂ ਦਾ ਆਪਾਂ ਐਲਸੀਐਮ ਦੇਖਣਾ। ਐਲਸੀਐਮ ਦੇਖਾਂਗੇ ਕੀ ਕਰਾਂਗੇ ਬੱਚੋ? ਲੀਸਟ ਕਾਮਨ ਮਲਟੀਪਲ ਕੱਢਾਂਗੇ। ਇਹਨਾਂ ਦੇ ਵਿੱਚੋਂ ਵੱਡਾ ਵੈਲਿਊ ਕਿਹੜੀ ਹੈ ਬੱਚੇ? ਆਪਣੇ ਕੋਲ 15। 15 ਦਾ ਮੈਂ ਟੇਬਲ ਪੜਾਂ, 15 1 15,
15 दूना 30, 30 ਦੇ ਵਿੱਚੋਂ 5 ਵੀ ਆਉਂਦਾ, 6 ਵੀ ਆਉਂਦਾ, ਪਰ 12 ਨਹੀਂ ਆਉਂਦਾ। 15 ਕੀ 45, 45 ਦੇ ਵਿੱਚੋਂ 5 ਵੀ ਆਉਂਦਾਗਾ ਤੇ ਆਪਣੇ ਕੋਲ 6 ਤੇ 12 ਨੇ। 15 ਚੌਕਾ ਬੱਚਿਓ ਕਿੰਨਾ ਹੁੰਦਾ 60। 15 ਚੌਕਾ ਕਿੰਨਾ ਹੁੰਦਾ ਬੱਚਿਓ 15 ਚੌਕਾ ਹੁੰਦਾ ਆਪਣੇ ਕੋਲੇ 60। 60 ਦੇ ਵਿੱਚੋਂ 12 ਵੀ ਆਉਂਦਾਗਾ, 12 5 60 ਤੇ 60 ਦੇ ਵਿੱਚੋਂ 5 ਵੀ ਆਉਂਦਾ, 60 ਦੇ ਵਿੱਚੋਂ 6 ਵੀ ਆਉਂਦਾਗਾ। ਤਾਂ ਆਪਣੇ ਕੋਲ ਐਲਸੀਐਮ ਕਿੰਨਾ ਆ ਗਿਆ 60। एलसीएम बच्चों अपने को किया गया 60। एलसीएम की ਹੁੰਦਾ ਬੱਚੇ ਆਪਣੇ ਕੋਲ ਲੀਸਟ ਕਾਮਨ ਮਲਟੀਪਲ, ਤਾਂ ਆਪਣਾ ਆਨਸਰ ਕਿੰਨਾ ਹੋਊਗਾ ਬੱਚਿਓ 60। ਤਾਂ ਇਸ ਤਰ੍ਹਾਂ ਆਪਾਂ ਕਾਮਨ ਨੰਬਰ ਕੱਢ ਸਕਦੇ ਹਾਂ ਜਿਵੇਂ ਆਪਾਂ ਸਮ ਸੋਲਵ ਕੀਤਾ ਸੀ। ਇਹਦਾ ਆਪਣੇ ਕੋਲ ਬੱਚਿਓ ਸੀ ਵਾਲਾ ਆਨਸਰ ਹੈ, ਠੀਕ ਹੈ, ਲੀਸਟ ਕਾਮਨ ਮਲਟੀਪਲ ਦਾ। ਉਸ ਤੋਂ ਅੱਗੇ ਆਪਾਂ ਬੱਚਿਓ ਡਿਸਕਸ ਕਰਦੇ ਹਾਂ। ਦੇਖੋ ਆਪਣੇ ਕੋਲੇ ਦੂਸਰਾ ਸਮ, ਉਹਦੇ ਵਿੱਚ ਆਪਾਂ ਨੂੰ ਕੀ ਦਿੱਤਾ ਹੈਗਾ ਕਿ ਆਪਣੇ ਕੋਲੇ ਵਾਟ ਇਜ਼ ਦਾ ਗ੍ਰੇਟੈਸਟ ਪੋਸੀਬਲ ਲੈਂਥ, ਵੱਡੀ ਤੋਂ ਵੱਡੀ ਲੈਂਥ ਆਪਾਂ ਪਤਾ ਕਰਨੀ, ਠੀਕ ਹੈ। ਗ੍ਰੇਟੈਸਟ ਨਾ ਦੀ ਗੱਲ ਕਰਦੇ ਆ ਬੱਚੋ। ਗ੍ਰੇਟੈਸਟ ਦੇ ਵਿੱਚ ਆਪਣੇ ਕੋਲੇ ਕਿਹਦੀ ਗੱਲ ਹੋ ਰਹੀ ਹੁੰਦੀ ਆ? ਇੱਕ ਆਪਾਂ ਐਲਸੀਐਮ ਦੀ ਗੱਲ ਕੀਤੀ ਹੈ ਬੱਚੋ ਤੋਂ ਪਹਿਲਾਂ, ਇੱਕ ਆਪਣੇ ਕੋਲ ਬੱਚੋ ਐਚਸੀਐਫ ਹੁੰਦਾ, ਠੀਕ ਹੈ। ਇੱਕ ਤਾਂ ਆਪਾਂ ਐਲਸੀਐਮ ਦੇਖ ਲਿਆ। ਐਲਸੀਐਮ ਆਪਣੇ ਕੋਲ ਬੱਚੋ ਕੀ ਸੀ? ਲੀਸਟ ਕਾਮਨ ਮਲਟੀਪਲ। ਜਿਹੜਾ ਆਪਣੇ ਕੋਲ ਐਚਸੀਐਫ ਹੁੰਦਾ ਉਹ ਬੱਚੋ ਦੇਖੋ, ਅਗਰ ਆਪਾਂ ਇਹਦੀ ਫੁੱਲ ਫਾਰਮ ਦੇਖੇ, ਐਚ ਦਾ ਮਤਲਬ ਹਾਈਐਸਟ ਹੋ ਗਿਆ, ਸੀ ਦਾ ਮਤਲਬ ਹੋ ਗਿਆ ਕਾਮਨ, ਠੀਕ ਹੈ, ਐਫ ਦਾ ਮਤਲਬ ਫੈਕਟਰ, ਠੀਕ ਹੈ। ਕਿ ਆਪਾਂ ਕਾਮਨ ਹਾਈਐਸਟ ਫੈਕਟਰ ਕੱਢਣਾ ਹੁੰਦਾ। ਸਪੋਜ਼ ਕਰ ਲਓ ਆਪਣੇ ਕੋਲ ਬੱਚੇ ਦੋ ਨੰਬਰ ਨੇ, ਇੱਕ ਹੈਗਾ ਆਪਣੇ ਕੋਲੇ 12, ਇੱਕ ਹੈਗਾ ਆਪਣੇ ਕੋਲੇ 18, ਠੀਕ ਹੈ। ਇੱਕ ਬੱਚੋ ਕਿੰਨਾ ਆਪਣੇ ਕੋਲੇ 12, ਦੂਸਰਾ ਨੰਬਰ ਕਿੰਨਾ ਬੱਚੋ ਆਪਣੇ ਕੋਲੇ 18। ਜੇ ਮੈਂ ਇਹਦਾ HCF ਦੇਖਾਂ ਕਿੰਨਾ ਹੋਊਗਾ ਬੱਚੋ, ਜੇ ਮੈਂ ਇਹਦਾ HCF ਦੇਖਾਂ ਕਿੰਨਾ ਹੋਊਗਾ, ਤਾਂ ਜੇ ਮੈਂ HCF ਦੇਖਣਾ ਚਾਹੁੰਦਾ ਤਾਂ ਬੱਚੋ ਮੈਂ ਕੀ ਦੇਖੂੰਗਾ? ਦੇਖੋ 12 ਨੂੰ ਅਗਰ ਮੈਂ ਫੈਕਟਰ ਬਣਾਉਂਗਾ ਕਿੰਨੇ ਬਣਨਗੇ? 2 × 6, ਠੀਕ ਹੈ ਬੱਚੋ। 18 ਦੇ ਕਿੰਨੇ ਬਣਨਗੇ? 3 × 6, ਠੀਕ ਹੈ। 12 ਦੇ ਕਿਹੜੇ ਬਣਨਗੇ ਬੱਚੋ? 2 × 6। 18 ਦੇ ਕਿਹੜੇ ਬਣਨਗੇ ਬੱਚੋ? 3 × 6। ਇਹਦੇ ਵਿੱਚ ਕਾਮਨ ਕਿਹੜਾ ਆ ਗਿਆ ਬੱਚੋ? 6। ਕਾਮਨ ਕਿਹੜਾ ਆ ਗਿਆ ਬੱਚੋ? 6। ਦੇਖੋ ਕਾਮਨ ਆਪਣੇ ਕੋਲ 6 ਆ ਗਿਆ, ਕਾਮਨ 6 ਆਇਆ, ਉਹ ਸਭ ਤੋਂ ਵੱਡਾ ਨੰਬਰ ਆ ਰਿਹਾ ਕਾਮਨ, ਤੇ ਆਪਾਂ ਕੀ ਹਾਈਐਸਟ ਕਾਮਨ ਫੈਕਟਰ। ਆਪਾਂ HCF ਦਾ ਮਤਲਬ ਕੀ ਹੁੰਦਾ? ਹਾਈਐਸਟ ਕਾਮਨ ਫੈਕਟਰ ਦੇਖਣਾ ਹੁੰਦਾ। 2 ਨੰਬਰ ਹੋਣ, 3 ਨੰਬਰ ਹੋਣ, 4 ਨੰਬਰ ਹੋਣ, ਉਹਨਾਂ ਦੇ ਵਿੱਚ ਜਿਹੜਾ ਕਾਮਨ ਆਪਣੇ ਕੋਲ ਨੰਬਰ ਆ ਉਹ ਆਪਣਾ ਕੀ ਹੋਊਗਾ? ਹਾਈਐਸਟ ਕਾਮਨ ਨੰਬਰ ਜਿਹੜਾ ਆਪਣੇ ਕੋਲ ਕੀ ਹੋਊਗਾ? HCF ਹੋਊਗਾ। ਸਪੋਜ਼ ਕਰ ਲਓ ਦੇਖੋ ਆਪਣੇ ਕੋਲ ਦਿੱਤੇ ਨੰਬਰ 9, 27 ਤੇ 12, ਠੀਕ ਹੈ। 9, 27 ਤੇ 12 ਮੈਨੂੰ ਕਹਿਣ ਕਿ ਬੱਚੋ ਇਹਦਾ HCF ਦੱਸੋ ਕਿੰਨਾ ਹੋਊਗਾ। HCF ਪੁੱਛਣ ਬੱਚੋ ਇਹਦਾ ਕੀ ਆਊਗਾ? ਮੈਂ ਇਹਦੇ ਵਿੱਚੋਂ ਕਾਮਨ ਨੰਬਰ ਕੱਢੂੰਗਾ। ਦੇਖੋ ਬੱਚੋ ਕਾਮਨ ਨੰਬਰ ਕੀ ਹੋਊਗਾ? 3 ਦੇ ਟੇਬਲ ਤੇ 9 ਵੀ ਜਾਂਦਾ, 3 ਦੇ ਟੇਬਲ ਤੇ 27 ਵੀ ਜਾਂਦਾ ਤੇ 12 ਵੀ ਜਾਂਦਾ। ਪਹਿਲਾਂ ਨੂੰ ਮੈਂ 3 ਦੇ ਟੇਬਲ ਦੇ ਵਿੱਚੋਂ ਕੈਂਸਲ ਕਰਦਾ। ਦੇਖੋ 10 ਦੇ ਟੇਬਲ ਤੇ ਕੈਂਸਲ ਕੀਤਾ, 3 ਦੇ ਕੀਤਾ ਬੱਚੋ 3 ਆ ਗਿਆ ਕਾਮਨ, ਇੱਥੇ 3 ਆ ਗਿਆ, ਇੱਥੇ ਕਾਮਨ ਕਿੰਨਾ ਆ ਗਿਆ ਬੱਚੋ? 9 ਆ ਗਿਆ, ਇੱਥੇ ਬੱਚੋ ਕਾਮਨ ਕਿੰਨਾ ਆ ਗਿਆ? 4, ਠੀਕ ਹੈ। ਹੁਣ ਆਪਣੇ ਕੋਲ ਕਾਮਨ ਕਿੰਨਾ ਆਇਆ ਬੱਚੋ? 3। ਉਸ ਤੋਂ ਬਾਅਦ ਦੇਖੋ 3 ਦੇ ਟੇਬਲ ਤੇ ਜਾਊਗਾ, 9 ਵੀ ਜਾਊਗਾ, ਪਰ 4 3 ਦੇ ਟੇਬਲ ਤੇ ਨਹੀਂ ਜਾਂਦਾ। ਉਸ ਤੋਂ ਬਾਅਦ ਕਾਮਨ ਨੰਬਰ ਆਪਣੇ ਕੋਲ ਕੋਈ ਨਹੀਂ ਨਿਕਲ ਰਿਹਾ, ਤਾਂ ਇਹਦੇ ਵਿੱਚ ਕਾਮਨ ਨੰਬਰ ਬੱਚੇ ਕਿਹੜਾ ਆ ਗਿਆ? 3। ਤਾਂ ਇਹਦੇ ਵਿੱਚ ਜਿਹੜਾ ਆਪਣਾ HCF ਆ, ਇਹਦਾ HCF ਬੱਚੋ ਕਿੰਨਾ ਹੋਊਗਾ ਆਪਣੇ ਕੋਲੇ? HCF ਹੋਊਗਾ ਬੱਚੋ 3। HCF ਕਿੰਨਾ ਹੋਊਗਾ? 3। ਇਸ ਤਰ੍ਹਾਂ ਆਪਾਂ ਸੋਲਵ ਕਰਦੇ ਹਾਂ, ਠੀਕ ਹੈ। ਜਿਸ ਤਰ੍ਹਾਂ ਆਪਾਂ ਨੂੰ ਅੱਗੇ ਦਿੱਤਾ ਹੋਵੇ, ਸਪੋਜ਼ ਕਰ ਲਓ ਬੱਚੇ ਆਪਣੇ ਕੋਲ ਇਹ ਨੰਬਰ ਦਿੱਤੇ ਆ, ਆਪਾਂ ਨੂੰ ਕਿਹਾ 16, 16, 8, 16 ਹੀ ਤਾਂ ਹੋ ਗਿਆ ਬੱਚੇ ਪਤਾ ਆਪਣੇ ਕੋਲੇ, 16 ਹੋ ਗਿਆ, 12 ਹੋ ਗਿਆ, 16, 12 ਤੇ 36। ਇਹ 3 ਨੰਬਰ ਦਾ ਬੱਚੋ ਆਪਾਂ HCF ਪਤਾ ਕਰਨਾ ਹੈ। 3 ਨੰਬਰ ਦਾ ਆਪਾਂ ਕੀ ਪਤਾ ਕਰਨਾ ਬੱਚੋ? HCF ਪਤਾ ਕਰਨਾ। ਆਪਾਂ ਕੀ ਕਰਾਂਗੇ? ਇਹਦੇ ਵਿੱਚੋਂ ਕਾਮਨ ਨੰਬਰ ਕੱਢਾਂਗੇ। ਕਾਮਨ ਦੇਖੋ ਆਪਾਂ ਕਾਮਨ ਟੇਬਲ ਤੇ ਇਹ 2 ਦੇ ਟੇਬਲ ਤੇ ਕੈਂਸਲ ਕਰਦੇ ਆਪਾਂ। ਕਾਮਨ 2 ਤੇ ਗਿਆ ਬੱਚੋ 8, 2 ਤੇ ਗਿਆ ਬੱਚੋ 6, 2 ਤੇ ਗਿਆ ਬੱਚੋ ਕਿੰਨਾ ਆ ਗਿਆ? 18, ਠੀਕ ਹੈ। ਇੱਥੇ ਤੱਕ ਹੋ ਗਿਆ। ਪਰ ਆਪਾਂ ਨੂੰ ਬੱਚੋ ਪਤਾ ਲੱਗ ਰਿਹਾ ਵੀ ਅੱਗੇ ਵੀ ਇਹ 2 ਦੇ ਟੇਬਲ ਤੇ ਕਾਮਨ ਕੱਟੇ ਜਾਂਦੇ ਆ, ਤਾਂ ਆਪਣੇ ਕੋਲ ਬੱਚੋ 2 ਹੋਰ ਕਾਮਨ ਆ ਸਕਦਾ ਗਾ। 2 ਦੇ ਟੇਬਲ ਤੇ ਕਿੰਨਾ ਆ ਗਿਆ? 4, 2 ਦੇ ਟੇਬਲ ਤੇ ਕਿੰਨਾ? 3, 2 ਦੇ ਟੇਬਲ ਤੇ ਕਿੰਨਾ ਆ ਗਿਆ? 9, ਠੀਕ ਹੈ। ਹੁਣ ਦੇਖੋ ਆ ਸੇਮ ਟੇਬਲ ਤੇ ਜਾਂਦੇ ਪਰ 4 ਉਹਦੇ ਨਾਲ ਸੇਮ ਟੇਬਲ ਤੇ ਨਹੀਂ ਜਾਂਦਾ। ਇਹਦੇ ਵਿੱਚ 2 × 2 ਵਿੱਚੋਂ 4 ਆਪਣੇ ਕੋਲ ਕਾਮਨ ਆ ਗਿਆ। ਇਹਦਾ HCF ਚ ਕਿੰਨਾ ਆ ਗਿਆ ਆਪਣੇ ਕੋਲੇ? 4, ਠੀਕ ਹੈ। ਇਹਦਾ HCF ਵਿੱਚੋਂ ਕਿੰਨਾ ਆ ਗਿਆ ਆਪਣੇ ਕੋਲੇ? 4। ਇਹਨੂੰ ਆਪਾਂ ਇਸ ਤਰ੍ਹਾਂ ਦੇਖਾਂਗੇ, ਠੀਕ ਆ। HCF ਦਾ ਮਤਲਬ ਕੀ ਹੁੰਦਾ? ਕਾਮਨ ਨੰਬਰ ਆਪਾਂ ਕੱਢਦੇ ਆ, ਹਾਈਐਸਟ ਕਾਮਨ ਨੰਬਰ ਕੱਢਦੇ ਆ ਜਿਹੜੇ ਦਿੱਤੇ ਹੋਏ ਆਪਣੇ ਕੋਲ ਨੰਬਰ ਹੁੰਦੇ ਆ 2, 4, 6 ਜਿੰਨੇ ਵੀ ਆਪਣੇ ਕੋਲੇ ਦਿੱਤੇ ਹੋਏ, ਠੀਕ ਹੈ ਜੀ। ਉਸ ਤੋਂ ਬਾਅਦ ਵਿੱਚ ਆਪਾਂ ਅੱਗੇ ਦੇਖਦੇ ਆ ਆਪਣੇ ਕੋਲੇ ਇਹ ਵਾਲਾ ਸਮ ਦਿੱਤਾ। ਇਹਦੇ ਵਿੱਚ ਬੱਚੇ ਕੀ ਕੀਤਾ ਹੋਇਆ ਆਪਾਂ ਨੂੰ? ਇੱਕ ਦਾ 3 ਮੀਟਰ ਦਿੱਤਾ ਹੋਇਆ। ਕਿੰਨਾ ਦਿੱਤਾ ਹੋਇਆ ਬੱਚੇ ਆਪਣੇ ਕੋਲੇ? 3 ਮੀਟਰ। ਇੱਕ ਹੈ ਆਪਣੇ ਕੋਲ ਬੱਚੇ 3 ਮੀਟਰ, ਠੀਕ ਆ। ਦੂਸਰਾ ਕਿੰਨਾ ਬੱਚੇ ਆਪਣੇ ਕੋਲੇ? 5 ਮੀਟਰ, 5 ਮੀਟਰ 10 ਸੈਂਟੀਮੀਟਰ, 5 ਮੀਟਰ ਬੱਚੋ 10 ਸੈਂਟੀਮੀਟਰ। ਉਸ ਤੋਂ ਬਾਅਦ ਬੱਚੇ 12 ਮੀਟਰ,
90 सेंटीमीटर इस तरह। ठीक है, सब तो पहला की करांगे बच्चों ਆਪਾਂ ਜਿਹੜੀਆਂ ਯੂਨਿਟਾਂ ਨੇ ਉਹ ਸੇਮ ਕਰਾਂਗੇ, ਜੇ ਮੀਟਰ ਦਾ ਮੀਟਰ ਕਰਾਂਗੇ, ਜੇ ਸੈਂਟੀਮੀਟਰ ਦਾ ਸੈਂਟੀਮੀਟਰ ਕਰਾਂਗੇ। ਉਹਦੇ ਲਈ ਆਪਾਂ ਆਨਸਰ ਚ ਦੇਖਦੇ ਹਾਂ, ਆਨਸਰ ਚ ਆਪਣੇ ਕੋਲ ਬੱਚੋ ਸੈਂਟੀਮੀਟਰ ਚ ਆਨਸਰ ਆ ਰਹੇ ਨੇ, ਤਾਂ ਆਪਾਂ ਸਾਰੀਆਂ ਵੈਲਿਊ ਨੂੰ ਸੈਂਟੀਮੀਟਰ ਵਿੱਚ ਕਨਵਰਟ ਕਰਾਂਗੇ। ਤਾਂ ਮੈਂ ਲਿਖ ਸਕਦਾ ਵੀ ਬੱਚੋ 1 ਮੀਟਰ ਆਪਣਾ ਕੋਲ ਕਿਹਦੇ ਬਰਾਬਰ ਹੁੰਦਾ 100 ਸੈਂਟੀਮੀਟਰ ਦੇ ਬਰਾਬਰ। ਬੱਚੋ 1 ਮੀਟਰ ਕਿਹਦੇ ਬਰਾਬਰ ਹੁੰਦਾ ਆਪਣਾ 100 ਸੈਂਟੀਮੀਟਰ ਦੇ ਬਰਾਬਰ। ਤਾਂ 3 ਮੀਟਰ ਕਿਹਦੇ ਬਰਾਬਰ ਹੋਗਾ 300 ਸੈਂਟੀਮੀटर। ठीक है, 500 500 बच्चों 10 सेंटीमीटर, ये कितना होगा बच्चों 1290 सेंटीमीटर। ठीक है, 1290 सेंटीमीटर। ठीक है, अगे अपन की कहेगा what is the greatest possible length of the scale that can be used to measure exactly the length of 3 meter 5 meter 10 centimeter and 12 meter 90 सेंटीमीटर। ठीक है, ਤਾਂ ਐਗਜ਼ੈਕਟ ਦੇ ਵਿੱਚੋਂ ਆਪਾਂ HCF ਕੱਢਣਾਗਾ। HCF ਦੇਖੋ ਬੱਚੋ ਇਹਦੇ ਵਿੱਚ ਕਾਮਨ ਕੱਢਦੇ ਆ। ਪਹਿਲਾਂ ਦੇਖੋ ਇਹ 10 ਤੇ ਜਾਊਗਾ ਕਾਮਨ, 10 ਤੇ 0 ਕੱਟੇਗੀ, 10 ਤੇ 0 ਕੱਟੇਗੀ, 10 ਤੇ 0 ਕੱਟੇਗੀ, ਤਾਂ ਇੱਕ ਤਾਂ ਆਪਣੇ ਕੋਲ ਕਿੰਨਾ ਆ ਗਿਆ ਬੱਚੋ 10 ਕਾਮਨ। ਠੀਕ ਹੈ ਜੀ, ਉਸ ਤੋਂ ਬਾਅਦ ਅੱਗੇ ਦੇਖਦੇ ਆ ਆਪਣੇ ਕੋਲ ਬੱਚੋ 3 ਤੇ ਜਾ ਰਹੇਗਾ। 3 ਤੇ ਜਾ ਕੇ ਦੇਖੋ 10 ਤੇ ਕਾਮਨ ਕੱਢਿਆ, ਉਹਦੇ 30 ਆ ਗਿਆ, ਉਹਦੇ 51 ਆ ਗਿਆ, ਉਹਦੇ ਵਿੱਚੋਂ ਆਪਣੇ ਕੋਲ ਕਿੰਨਾ ਆ ਗਿਆ 129। ਫਿਰ ਬੱਚੋ ਕਾਮਨ 3 ਤੇ ਜਾ ਰਿਹਾ ਹੈ। देखो 3 ਤੇ ਗਿਆ ਬੱਚੋ ਕਿੰਨਾ ਆ ਗਿਆ 10, 3 ਤੇ ਗਿਆ ਬੱਚੋ ਕਿੰਨਾ ਆ ਗਿਆ 17, ਉਸ ਤੋਂ ਬਾਅਦ 3 ਤੇ ਗਿਆ ਬੱਚੋ 4 3 43 ਆ ਗਿਆ। ਠੀਕ ਆ, ਉਸ ਤੋਂ ਬਾਅਦ ਆਪਣੇ ਕੋਲੇ ਕਾਮਨ ਨਹੀਂ ਜਾ ਰਿਹਾ। ਆਪਾਂ ਨੂੰ ਕਿੱਥੋਂ ਪਤਾ ਲੱਗ ਰਿਹਾ, ਦੇਖੋ ਬੱਚੋ ਪ੍ਰਾਈਮ ਨੰਬਰ ਆ ਗਿਆ 17 ਕੀ ਆ ਗਿਆ ਪ੍ਰਾਈਮ ਨੰਬਰ, ਜਿਹੜਾ ਕਿਸੇ ਨਾਲ ਡਿਵਾਈਡ ਨਹੀਂ ਹੁੰਦਾ। ਅੱਗੇ ਇਹ ਕਾਮਨ ਨੰਬਰ ਤੇ ਡਿਵਾਈਡ ਨਹੀਂ ਹੁੰਦੇ। ਤਾਂ ਬੱਚੋ ਆਪਣੇ ਕੋਲ 3 × 10 ਕਿੰਨਾ ਬਣ ਗਿਆ 30 ਸੈਂਟੀਮੀਟਰ। ਤਾਂ ਬੱਚੋ ਆਪਣੇ ਕੋਲ ਕਾਮਨ ਕਿੰਨਾ ਆ ਗਿਆ 30 ਸੈਂਟੀਮੀਟਰ। ਤਾਂ ਜਿਹੜੀ ਆਪਾਂ ਗ੍ਰੇਟੈਸਟ ਲੈਂਥ ਲਵਾਂਗੇ ਉਹ ਕੀ ਲਵਾਂਗੇ ਬੱਚੋ HCF, ਉਹ ਕਿੰਨਾ ਲਵਾਂਗੇ ਆਪਾਂ 30 ਸੈਂਟੀਮੀਟਰ। ਡੀ ਵਾਲਾ ਬੱਚੋ ਇਹਦੇ ਵਿੱਚ ਆਪਣਾ ਆਨਸਰ ਹੋਊਗਾ। ਕਿਹੜਾ ਆਨਸਰ ਹੋਊਗਾ ਬੱਚੋ ਡੀ ਵਾਲਾ, ਆਪਾਂ ਇਹਦੇ ਵਿੱਚ ਆਨਸਰ ਟਿਕ ਕਰਾਂਗੇ। ਆਪਾਂ ਇਸ ਤਰ੍ਹਾਂ ਇਹਨਾਂ ਨੂੰ ਚੀਜ਼ਾਂ ਨੂੰ ਸਮਝਾਂਗੇ। ਆਪਾਂ ਦੋ ਹੀ ਕਨਸੈਪਟ ਚੰਗੇ ਸਮਝ ਰਹੇ ਸੀ ਇਹਦੇ ਵਿੱਚ। ਇੱਕ ਤਾਂ ਆਪਣੇ ਕੋਲ LCM ਕੀ ਚੀਜ਼ ਹੁੰਦੀ ਹੈ ਬੱਚੋ, ਇੱਕ ਆਪਣੇ ਕੋਲ ਕੀ ਹੁੰਦਾ HCF ਕੀ ਹੁੰਦਾ ਹੈ। ਠੀਕ ਹੈ ਜੀ, LCM ਕੀ ਹੁੰਦਾ ਆਪਣੇ ਕੋਲ ਲੀਸਟ ਕਾਮਨ ਮਲਟੀਪਲ, HCF ਕੀ ਹੁੰਦਾ ਆਪਣੇ ਕੋਲੇ ਹਾਈਐਸਟ ਕਾਮਨ ਫੈਕਟਰ। ਜਿੰਨੇ ਵੀ ਨੰਬਰ ਆ ਉਹਨਾਂ ਦੇ ਜਿਹੜਾ ਹਾਈਐਸਟ ਨੰਬਰ ਕਾਮਨ ਹੈ ਉਹਨੂੰ ਆਪਾਂ ਬਾਹਰ ਕੱਢਦੇ ਆ, ਉਹ ਬੱਚੇ ਆਪਣੇ ਕੋਲ HCF ਹੁੰਦਾਗਾ। ਤੇ LCM ਕੀ ਹੁੰਦਾ, ਆਪਾਂ ਉਹ ਨੰਬਰ ਲੈਣੇ ਹੁੰਦੇ ਆ ਜਿਹੜਾ ਸਾਰਿਆਂ ਦੇ ਟੇਬਲ ਤੇ ਮਲਟੀਪਲ ਹੁੰਦਾ ਤੇ ਸਭ ਤੋਂ ਛੋਟਾ ਨੰਬਰ ਹੁੰਦਾ, ਉਹ ਆਪਣੇ ਕੋਲੇ LCM ਹੁੰਦਾ। ਠੀਕ ਹੈ ਜੀ, ਇਹ ਆਪਾਂ ਦੋ ਚੀਜ਼ਾਂ ਸਮਝੀਆਂ ਨੇ। ਅੱਗੇ ਦੇਖਦੇ ਆ ਬੱਚੋ ਅਗਲਾ ਕੁਐਸਚਨ ਦੇ ਵਿੱਚ ਕੀ ਹੈ, ਆਪਾਂ ਨੂੰ ਇੱਕ ਸਿਗਨਲ ਕੀ ਕਰਦਾ ਆਪਣੇ ਕੋਲੇ ਚੱਲ ਰਿਹਾ ਹੈਗਾ, ਜਿਹੜਾ ਸਿਗਨਲ ਆ ਫਲੈਸ਼ਿੰਗ ਕਰਦਾਗਾ ਯੈਲੋ ਕਲਰ ਦੀ। ਠੀਕ ਹੈ, ਯੈਲੋ ਕਲਰ ਦਾ ਸਿਗਨਲ ਚੱਲਦਾ ਆਪਣੇ ਕੋਲ ਬੱਚੋ ਐਵਰੀ 2 ਸੈਕਿੰਡ ਬਾਅਦ, ਇੱਕ ਤਾਂ ਐਵਰੀ 2 ਸੈਕਿੰਡ ਬਾਅਦ ਬੱਚੋ। ਉਸ ਤੋਂ ਬਾਅਦ ਹਾਊ ਮੈਨੀ ਟਾਈਮ ਇਟ ਵਿਲ ਬੀ ਫਲੈਸ਼, ਕਿੰਨੇ ਵਾਰੀ ਕਰੂਗਾ, ਕਿੰਨੇ ਟਾਈਮ ਦੇ ਵਿੱਚ ਬੱਚੋ ਅੱਧੇ ਘੰਟੇ ਦੇ ਵਿੱਚ। ਠੀਕ ਹੈ, ਅੱਧੇ ਘੰਟੇ ਦੇ ਵਿੱਚ ਕਿੰਨੇ ਵਾਰੀ ਇਹ ਫਲੈਸ਼ ਕਰੂਗਾ, ਕਿੰਨੇ ਵਾਰੀ ਚੱਲੂਗਾ। ਠੀਕ ਹੈ, ਆਪਣੇ ਕੋਲ ਕਿ ਯੈਲੋ ਕਲਰ ਦਾ ਸਿਗਨਲ ਆ ਬੱਚੋ ਹਰ 2 ਸੈਕਿੰਡ ਬਾਅਦ ਚੱਲ ਰਿਹਾ ਹੈਗਾ, ਤਾਂ ਅੱਧੇ ਘੰਟੇ ਦੇ ਵਿੱਚ ਕਿੰਨੇ ਵਾਰੀ ਚੱਲੂਗਾ। ਤਾਂ ਦੇਖੋ ਬੱਚੋ ਆਪਾਂ ਕਰਦੇ ਹਾਂ 2 ਸੈਕਿੰਡ ਨੂੰ ਕੰਪੇਅਰ ਕਰਦੇ ਹਾਂ ਅੱਧੇ ਘੰਟੇ ਦੇ ਵਿੱਚ ਬੱਚੋ। ਅੱਧੇ ਘੰਟੇ ਦੇ ਵਿੱਚ 30 ਮਿੰਟ ਹੋਣਗੇ, ਮਿੰਟ ਨੂੰ ਬੱਚੋ ਸੈਕਿੰਡ ਦੇ ਵਿੱਚ ਬਦਲਾਂਗੇ ਤਾਂ ਆਪਾਂ × 60 ਕਰਾਂਗੇ, ਤਾਂ ਆਪਣੇ ਕੋਲ ਸੈਕਿੰਡ ਆ ਗਏ। ਕਿੰਨੇ ਸੈਕਿੰਡ ਆ ਗਏ ਬੱਚੋ 1800। ਕਿੰਨੇ ਸੈਕਿੰਡ ਆ ਗਏ ਬੱਚੋ 1800 ਸੈਕਿੰਡ ਆ ਗਏ। ਹਰੇਕ 2 ਸੈਕਿੰਡ ਬਾਅਦ ਰਿਪੀਟ ਕਰਦਾ ਤਾਂ ਬੱਚੋ ਕੀ ਕਰਾਂਗੇ 1800 ਬੜਾ ਕਿੰਨਾ ਹੋ ਬੱਚੋ 2, ਤਾਂ ਕੈਂਸਲ ਕਰਾਂਗੇ ਬੱਚੋ ਕਿੰਨਾ ਆ ਗਿਆ 900 ਵਾਰ। ਕਿੰਨੇ ਵਾਰੀ ਬੱਚੋ 900 ਵਾਰ ਆਪਣਾ B ਵਾਲਾ ਆਨਸਰ। ਠੀਕ ਹੈ ਬੱਚੋ, ਆਪਣਾ B ਵਾਲਾ ਆਨਸਰ ਹੋਗਾ ਕੀ ਹੋਗਾ 900 ਵਾਰ ਆਪਣਾ B ਵਾਲਾ ਆਨਸਰ। ਠੀਕ ਹੈ ਜੀ, ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਅਗਲਾ ਕੁਐਸਚਨ ਦੇਖੋ HCF ਐਂਡ LCM। ਦੇਖੋ HCF ਅਤੇ LCM ਬੱਚੋ ਦੋ ਨੰਬਰਾਂ ਦਾ ਕਿੰਨਾਗਾ 16 ਤੇ 240। 16 ਅਤੇ ਬੱਚੋ ਕਿੰਨਾਗਾ 240। ਅੱਗੇ ਆਪਾਂ ਨੂੰ ਗੱਲ ਕੀਤੀ ਹੋਈ ਆ ਉਹਨਾਂ ਦੇ ਵਿੱਚੋਂ ਇੱਕ ਨੰਬਰ ਆਪਾਂ ਨੂੰ ਦਿੱਤਾਗਾ, ਇੱਕ ਨੰਬਰ ਬੱਚੋ ਕਿੰਨਾਗਾ 48 48 ਆਪਣੇ ਕੋਲ ਇੱਕ ਨੰਬਰ ਆ, ਦੂਸਰਾ ਨੰਬਰ ਆਪਾਂ ਵਿੱਚੋਂ ਪਤਾ ਕਰਨਾਗਾ। ਦੇਖੋ ਆਪਣੇ ਕੋਲ ਜੇ ਆਪਣੇ ਕੋਲ ਮੰਨ ਲਓ ਦੋ ਨੰਬਰ ਦਿੱਤੇ, ਇੱਕ 12 ਦਿੱਤਾ ਹੋਵੇ, ਇੱਕ ਆਪਣੇ ਕੋਲ ਬੱਚੋ 15 ਦਿੱਤਾ ਹੋਵੇ। ਦੋ ਨੰਬਰ ਦਿੱਤੇ, ਇੱਕ 12 ਇੱਕ 15 ਨੰਬਰ ਦਿੱਤਾ। ਮੈਂ ਜੇ 12 ਤੇ 15 ਦਾ ਗੱਲ ਕਰਾਂ LCM ਕਿੰਨਾ ਹੋਊਗਾ ਬੱਚੋ, 15 ਦਾ ਟੇਬਲ ਪੜ੍ਹਨਾ ਸੀ 15 ਚੌਕਾ 60, ਤਾਂ LCM ਕਿੰਨਾ ਹੋਊਗਾ ਬੱਚੋ 60। ਤੇ HCF ਕਿੰਨਾ ਆਉਣਾ ਸੀ ਬੱਚੋ ਦਾ, HCF ਦੱਸੋ ਕਿੰਨਾ ਆ ਰਿਹਾ ਆਪਣੇ ਕੋਲ ਬੱਚੋ। HCF ਕਾਮਨ ਨੰਬਰ ਆ ਤਾਂ 3 ਆਪਣੇ ਕੋਲ ਕਾਮਨ ਨੰਬਰ ਨਿਕਲਿਆ, ਹੋਰ ਕੋਈ ਨਿਕਲਦਾ ਨਹੀਂ, ਉਹ ਕਿੰਨਾ ਆ ਗਿਆ 3। ਠੀਕ ਹੈ ਬੱਚੋ, LCM ਕਿੰਨਾ ਆ ਗਿਆ ਬੱਚੋ ਆਪਣੇ ਕੋਲ 60, HCF ਕਿੰਨਾ ਆ ਗਿਆ 3। ਉਹਨਾਂ ਦੋਵਾਂ ਦੀ ਜੇ ਮੈਂ ਮਲਟੀਪਲਾਈ ਕਰਾਂ, ਦੇਖੋ HCF ਤੇ LCM ਦੀ ਮਲਟੀਪਲਾਈ ਕਰਨਾ ਬੱਚੋ। ਠੀਕ ਹੈ,
60 इंटू 3 कितना बन गया बच्चों 180। कितना बन गया 180। दूसरे पासे बच्चों मैं दोवें नंबरां दी मल्टीप्लाई करदा n1 प्लस n2 n1 इंटू n2 n1 कितना बच्चों 12 n2 करना कितना 15 इन्हां दी मल्टीप्लाई करूंगा बच्चों कितना बन गया 180। 180 इथों अपने को बच्चों निकल के आ गया जी एक पासे ਆਪਾਂ ਦੋ ਹੀ ਨੰਬਰਾਂ ਦੀ एलसीएम ਤੇ एचसीएफ ਦੀ ਮਲਟੀਪਲਾਈ ਕਰਦੇ ਹਾਂ ਤੇ ਦੂਸਰੇ ਪਾਸੇ ਦੋਵੇਂ ਨੰਬਰਾਂ ਦੀ ਮਲਟੀਪਲਾਈ ਕਰੀਏ ਤਾਂ ਬੱਚੋਂ ਕੀ ਹੁੰਦੀ ਹੈ ਬਰਾਬਰ ਹੁੰਦੀ ਆ। ਉੱਥੋਂ ਆਪਾਂ ਕੀ ਕਰ ਸਕਦੇ ਹਾਂ ਵੈਲਿਊ ਨੂੰ ਕੰਪੇਅਰ ਕਰ ਸਕਦੇ ਹਾਂ। ਦੇਖੋ ਬੱਚੋਂ ਆਪਾਂ ਕਿਹੜੀ ਵੈਲਿਊ ਨੂੰ ਕੰਪੇਅਰ ਕਰ ਸਕਦੇ ਹਾਂ ਆਪਣੇ ਕੋਲ ਦੋ ਨੰਬਰ ਨੇ ਉਹਨਾਂ ਦਾ एचसीएफ ਕਿੰਨਾ ਬੱਚੋਂ 16 एलसीएम ਬੱਚੋਂ ਕਿੰਨਾ ਗਾ ਆਪਣੇ ਕੋਲੇ 240 ਇਹਨਾਂ ਦੋਵਾਂ ਦੀ ਮਲਟੀਪਲਾਈ ਕਿਹਦੇ ਬਰਾਬਰ ਹੋ ਬੱਚੋਂ x1 x2 ਪਹਿਲੇ ਨੰਬਰ ਤੇ ਦੂਜੇ ਨੰਬਰ ਦੇ किहदे बराबर हो बच्चों पहले नंबर ते दूजे नंबर दे बराबर होगी। आप देखो 16 इंटू 240 पहला नंबर बच्चों कितना का अपने को 48 दूसरा नंबर बच्चों आप करना पता करना दूसरा नंबर की आप पता करना का नीचे चला जाएगा 16 इंटू 240 बटा कितना आ गया 48 आप पता करना बच्चों x2 कैंसिल कर दें 16 ती 48 तीन कैंसिल करांगे तो कितना आ गया 80। तो दूसरा नंबर जो बच्चों अपने को n2 की गल की है वो कितना होगा 80 कितना होगा बच्चों अपने को 80 जो अपना दूसरे नंबर की गल की वो कितना होगा 80 बी वाला अपने को आंसर। ठीक है जी आंसर किहड़ा होगा बच्चों बी वाला। समझ आ रही है गल क्योंकि दोवें नंबरां दा HCF ते LCM दी गुणा करांगे उधरले पासे आपां दोवें नंबरां दी गुणा करी तो बच्चों वो की हुंदी आ बराबर हुंदी आ। अगे देखदे आं आपां क्वेश्चन नंबर 5 देखो बच्चे की क्या दे विच the smallest number छोटे तो छोटा नंबर विच फ्रॉम द 4000 ਦੇ ਵਿੱਚੋਂ ਛੋਟੇ ਤੋਂ ਛੋਟਾ ਨੰਬਰ ਕਿਹੜਾ ਘਟਾ ਦਿੱਤਾ ਜਾਵੇ ਬੱਚੋ ਇਜ਼ ਐਗਜ਼ੈਕਟਲੀ ਡਿਵੀਜ਼ੀਬਲ 7 11 ਤੇ 13 ਨਾਲ ਤੇ ਉਸ ਤੋਂ ਬਾਅਦ 7 11 ਤੇ 13 ਨਾਲ ਪੂਰਾ ਵੰਡਿਆ ਜਾਵੇ। ਸਭ ਤੋਂ ਪਹਿਲਾਂ ਆਪਾਂ ਇਹ ਦੇਖ ਰਹੇ ਹਾਂ ਬੱਚੋ ਕਿ ਜਿਹੜਾ 7 11 ਤੇ 13 ਨਾਲ ਵੰਡਣ ਵਾਲੀ ਸਭ ਤੋਂ ਛੋਟੀ ਵੈਲਿਊ ਕਿਹੜੀ ਆਊਗੀ ਬੱਚੋ ਛੋਟੀ ਵੈਲਿਊ ਕਿਹੜੀ ਆਊਗੀ ਜਿਹੜਾ ਇਹਦਾ एलसीएम होगा छोटी वैल्यू क्या होगी जेड़ा बच्चों दा एलसीएम होगा। देखो कीदा बच्चों 7 11 ते 13 ठीक है जी जे तुसी बच्चों इन्हू ध्यान नाल देखो 7 11 13 वो केड़े नंबर ने बच्चों प्राइम नंबर आ रहे ने ना तो 7 किसी होर नाल डिवाइड हुंदा ना 11 ना 13 तदा जेड़ा एलसीएम होगा बच्चों इन्हां दी आपस विच गुणा होगी जे प्राइम नंबर दा एलसीएम होगा कि होगा सारे दी आपस विच गुणा होगा 11 7 77 77 के बच्चों कितना करोगे 13 के नाल 13 7 बच्चों कितना होता 91 13 7 कितना होता बच्चों 91 तो अपने को 1 10 तो कितना आ गया अपने को 10 तो बच्चों कितना आ गया अपने को कितना आ गया अपने को 1001 आ गया। ठीक है वो केड़ा छोटे तो छोटा नंबर है बच्चों अपने को 1001 छोटे तो छोटा नंबर आ कि जेड़ा 7 नाल भी 11 नाल भी ते 13 दे नाल भी एग्जैक्टली पूरा वंडिया जांदा है। ठीक है हुण आपां गल करदे हां कि अपने कोले 4000 तो कितना घटाया जावे कि वो अपने कोल की आ पूरा किहदे नाल 7 नाल 11 नाल ते 13 नाल पूरा वंडिया जावे। ठीक है जी हुण देखो आपां की गल कीती है 4000 ठीक है जी 4000 दे विचों ठीक है 4000 ਦੇ ਵਿੱਚੋਂ ਬੱਚੋ ਕਿਹੜੀ ਵੈਲਿਊ ਛੋਟੀ ਘਟਾਈ ਜਾਵੇ। ਦੇਖੋ 4000 ਦੇ ਵਿੱਚੋਂ ਜੇ ਮੈਂ 29 99 ਘਟਾ ਦਿੰਦਾ ਜੀ 29 99 ਘਟਾ ਦੇਣਾ ਜੇ ਕੋਈ ਪੂਰਾ 3000 ਘਟਾਉਂਦਾ ਤਾਂ 1000 ਲੈਣਾ ਸੀ ਤਾਂ ਇਹ ਕਿੰਨਾ ਬਚੂ ਬੱਚੇ ਮੇਰੇ ਕੋਲ 1001 ਬਚੇਗਾ। ਠੀਕ ਹੈ ਤਾਂ ਛੋਟੇ ਤੋਂ ਛੋਟਾ ਨੰਬਰ ਕਿੰਨਾ ਘਟਾਉਣਾ ਹੋਊ ਬੱਚੇ ਮੈਨੂੰ A ਵਾਲਾ ਆਨਸਰ ਕਿਹੜਾ ਆਨਸਰ ਆਊਗਾ ਬੱਚੇ ਆਪਣਾ A ਵਾਲਾ ਆਨਸਰ ਆਊਗਾ। ਛੋਟੇ ਤੋਂ ਛੋਟਾ ਕਿਹੜਾ ਨੰਬਰ ਘਟਾਉਣਾ ਪਊ ਮੈਨੂੰ 29 99। ठीक है जी 29 99 में 4000 चो घटा दूंगा तो मेरे को कितना बचेगा बच्चों 1001 बच जाएगा। जेड़ा 1001 आ वो एग्जैक्टली किहदे नाल डिविजिबल है वो बच्चों 7 दे नाल है 11 दे नाल है ते 13 नाल की आ पूरा डिविजिबल है। ठीक है जी अगे देखते हैं बच्चों हाँ जी देखो 16 नंबर क्वेश्चन ਇਹਦੇ ਵਿੱਚ ਕੀ ਕਹਿੰਦੇ ਆ 6 नंबर सॉरी कि 6 वॉल ने ਉਹਨਾਂ ਦੀ ਕੀ ਆ 6 वॉल ਦੀ इंटरवल टाइम आ। ठीक है कितना 2 4 6 8 10 ਤੇ 12 ठीक है 6 हो गया बच्चों 1 2 3 4 5 6 ठीक है 6 बॉल्स ने ਉਹਨਾਂ ਦੀ ਜਿਹੜੀ ਟਾਈਮਿੰਗ ਆਪਣੇ ਕੋਲੇ 6 ਘੰਟਿਆਂ ਦੀ ਗੱਲ ਕੀਤੀ ਹੈ 6 ਘੰਟਿਆਂ ਆਪਣੇ ਕੋਲੇ
2 ਸੈਕਿੰਡ 4 6 8 10 12 ਸੈਕਿੰਡ ਦੇ ਅੰਤਰਾਲ ਦੇ ਵਿੱਚ ਇਕੱਠੇ ਟੋਲ ਸ਼ੁਰੂ ਕਰਦੀਆਂ, ਠੀਕ ਹੈ। ਜਿਵੇਂ ਮਤਲਬ ਆਵਾਜ਼ ਕਰਨਾ ਸ਼ੁਰੂ ਕਰਦੀਆਂ ਨੇ, ਕਿੰਨਾ 2 4 6 8 10 12 ਇਸ ਤਰ੍ਹਾਂ, ਠੀਕ ਹੈ ਜੀ। ਪੁੱਛ ਰਿਹਾ ਕਿ ਬੱਚੋ 30 ਮਿੰਟ ਦੇ ਵਿੱਚ ਕਿੰਨੇ ਵਾਰੀ ਇਹ ਇਕੱਠੀਆਂ ਬਚਣਗੀਆਂ। 30 ਮਿੰਟ ਦੇ ਵਿੱਚ ਇਹ ਸੈਕਿੰਡ ਦੇ ਵਿੱਚ ਉਹਦਾ ਐਲਸੀਐਮ ਲਓ ਕਿੰਨਾ ਹੋਊਗਾ। ਐਲਸੀਐਮ ਬੱਚੋ ਕਿੰਨਾ ਹੋਊਗਾ, ਦੇਖੋ ਆਪਾਂ ਸਭ ਤੋਂ ਵੱਡੇ ਨੰਬਰ ਨੂੰ ਸਭ ਤੋਂ ਵੱਡਾ ਨੰਬਰ ਕਿੰਨਾ ਬੱਚੋ ਆਪਣੇ ਕੋਲੇ 12 12 ਇੱਕ 12 12 ਨੂੰ 24 24 ਦੇ ਵਿੱਚੋਂ 10 ਨਹੀਂ ਆਉਂਦਾ, 8 ਆ ਜਾਂਦਾਗਾ, 6 ਆ ਜਾਊਗਾ, 4 ਆ ਜਾਊਗਾ, 2 ਆ ਜਾਊਗਾ, ਪਰ 10 ਨਹੀਂ। ਤਾਂ ਕਿੱਥੇ ਜਾਊਗਾ 12 5 60 60 ਤੇ ਹੀ 10 ਆਊਗਾ, 12 5 60 ਤਾਂ ਬੱਚੋ ਕਿੰਨਾ ਆਊਗਾ 60 60 ਤੇ ਦੇਖੋ 12 ਆਉਂਦਾਗਾ, 10 ਵੀ ਆਉਂਦਾਗਾ, ਤੇ ਫਿਰ ਆਪਣੇ ਕੋਲ ਕੀ ਆ 8 ਨਹੀਂ ਆਉਂਦਾ ਹੈਗਾ 60 ਤੇ, 6 ਆਉਂਦਾ, 4 ਆ ਜਾਊਗਾ, 2 ਆ ਜਾਊਗਾ। ਫਿਰ ਉਸ ਤੋਂ ਬਾਅਦ ਅੱਗੇ ਕਰੋਗੇ 12 12 ਦਾ 120 ਕਿੰਨਾ ਆ ਗਿਆ ਬੱਚੋ 120, 12 ਦਾ ਕਿੰਨਾ ਆ ਗਿਆ 120 120 ਤੇ 12 ਆਉਂਦਾਗਾ, 10 ਆਉਂਦਾਗਾ, 8 ਵੀ ਆਉਂਦਾਗਾ, 6 ਵੀ ਆਉਂਦਾਗਾ, 4 ਵੀ ਆਉਂਦਾਗਾ ਤੇ 2 ਵੀ ਆਉਂਦਾਗਾ। ਤਾਂ ਬੱਚੋ ਜਿਹੜਾ ਆਪਣੇ ਕੋਲ ਐਲਸੀਐਮ ਆ ਗਿਆ, ਆਪਾਂ ਦੇਖਿਆ ਸੀ ਨਾ ਐਲਸੀਐਮ ਕਾਮਨ ਮਲਟੀਪਲ ਹੋਣਾ ਚਾਹੀਦਾਗਾ, ਉਹ ਕਿੰਨਾ ਆ ਗਿਆ 120 ਸੈਕਿੰਡ ਆ ਗਿਆ। ਕਿੰਨਾ ਆ ਗਿਆ ਬੱਚੋ 120 ਸੈਕਿੰਡ। 120 ਸੈਕਿੰਡ ਤੇ ਕਾਮਨ ਸਾਰੀਆਂ 6 ਦੀਆਂ 6 ਬੈਲਾਂ ਕੀ ਹੁੰਦੀਆਂ ਰਿੰਗ ਕਰਦੀਆਂ, ਠੀਕ ਹੈ ਜੀ। 120 ਕਾਮਨ ਆ ਗਿਆ ਆਪਣੇ ਕੋਲ, ਐਲਸੀਐਮ ਆ ਗਿਆ। ਐਲਸੀਐਮ ਬੱਚੋ ਕਿੰਨਾ ਆ ਗਿਆ 120। ਹੁਣ ਆਪਣੇ ਕੋਲ ਟੋਟਲ ਟਾਈਮ ਕਿੰਨਾ ਦਿੱਤਾ 30 ਮਿੰਟ। ਇਹਨੂੰ ਸੈਕਿੰਡ ਦੇ ਵਿੱਚ ਬਦਲਾਂਗੇ ਤਾਂ ਗੁਣਾ ਕਿਹਦੇ ਨਾਲ ਕਰਾਂਗੇ 60 ਦੇ ਨਾਲ, ਠੀਕ ਹੈ ਜੀ। ਕਿਹਦੇ ਨਾਲ ਕਰਾਂਗੇ 60 ਦੇ ਨਾਲ, ਠੀਕ ਹੈ ਜੀ। ਇਹ ਟੋਟਲ ਆਪਣੇ ਕੋਲ ਸੈਕਿੰਡ ਆ ਗਏ। ਹੁਣ ਇਹੀ ਸੈਕਿੰਡ ਆਪਾਂ ਕਿਹਦੇ ਨਾਲ ਕੰਪੇਅਰ ਕਰਨੇ, ਆਪਣੇ ਕੋਲੇ ਸੇਮ ਜਿਹੜੀਆਂ ਘੰਟੀਆਂ ਨੇ ਉਹ ਕਿੰਨੇ ਸੈਕਿੰਡਾਂ ਬਾਅਦ ਵੱਜਦੀਆਂ ਨੇ 120 ਸੈਕਿੰਡ ਬਾਅਦ। ਤਾਂ 0 ਦੇ ਨਾਲ 0 ਕੱਟਦੇ, ਇਹਨੂੰ ਕੱਟਾਂਗੇ ਬੱਚੋ 2 ਆ ਗਿਆ, ਇਹਨੂੰ ਕੱਟੋਗੇ ਬੱਚੋ ਕਿੰਨਾ ਆ ਗਿਆ 15। ਤਾਂ ਆਪਾਂ ਨੂੰ ਕਿੰਨੇ ਵਾਰੀ ਵੱਜਣੀਆਂ ਬੱਚੋ 15 ਟਾਈਮਸ, 15 ਵਾਰੀ ਵੱਜਣੀਆਂ, ਠੀਕ ਹੈ ਪੁੱਤਰੋ। ਕਿੰਨੇ ਵਾਰੀ ਵੱਜਣੀਆਂ 15 ਟਾਈਮਸ। ਆਪਣਾ ਸੀ ਵਾਲਾ ਬੱਚੋ ਦੇ ਵਿੱਚ ਆਨਸਰ ਆਊਗਾ। ਕਿਹੜਾ ਆਨਸਰ ਆਊਗਾ ਬੱਚੋ ਇਹਦੇ ਵਿੱਚ ਸੀ ਵਾਲਾ ਆਪਣੇ ਕੋਲੇ ਆਨਸਰ ਆਊਗਾ। ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ। ਉਸ ਤੋਂ ਬਾਅਦ ਅੱਗੇ ਕਰਦੇ ਆਪਾਂ ਫਾਈਂਡ ਦਾ ਨੰਬਰ। ਬੱਚੋ ਨੰਬਰ ਪਤਾ ਕਰਨਾਗਾ, ਕਿਹੜਾ ਨੰਬਰ ਪਤਾ ਕਰਨਾ ਵਿੱਚ ਐਗਜ਼ੈਕਟਲੀ ਡਿਵੀਜ਼ੀਬਲ 15 18 25, ਠੀਕ ਆ। 15 18 ਤੇ 25 ਦੇ ਨਾਲ ਐਗਜ਼ੈਕਟਲੀ ਡਿਵੀਜ਼ੀਬਲ ਹੋਵੇ ਤੇ ਨਾਲ ਹੀ ਉਹ ਪਰਫੈਕਟ ਸਕੁਅਰ ਹੋਵੇ, ਨਾਲ ਕੀ ਹੋਵੇ ਪਰਫੈਕਟ ਸਕੁਅਰ ਹੋਵੇ। ਦੇਖੋ ਬੱਚੇ ਅਗਰ ਆਪਾਂ ਆਨਸਰ ਦੀ ਗੱਲ ਕਰੀਏ, ਜਿਹੜਾ ਆਪਣੇ ਕੋਲੇ 225 ਹੁੰਦਾ 15 ਦਾ ਸਕੁਅਰ ਹੁੰਦਾਗਾ, ਠੀਕ ਹੈ। ਇਹ ਸਕੁਅਰ ਹੈਗਾ 450 ਦਾ ਸਕੁਅਰ ਨਹੀਂ ਹੈਗਾ, ਤਾਂ ਕਰਕੇ ਇਹ ਆਪਣਾ ਆਨਸਰ ਨਹੀਂ ਹੁੰਦਾ, ਠੀਕ ਆ। ਉਸ ਤੋਂ ਬਾਅਦ ਗੱਲ ਬੱਚੇ ਆਪਾਂ ਗੱਲ ਕਰੀਏ 930 × 30 ਤਾਂ ਆਪਣੇ ਕੋਲ ਕਿੰਨਾ ਹੁੰਦਾਗਾ 900। ਤਾਂ ਇਹ ਵੀ 30 ਦਾ ਸਕੁਅਰ ਹੈਗਾ, ਇਹ ਆਪਣਾ ਆਨਸਰ ਹੋ ਜਾਏਗਾ। ਤੇ 36 ਵੀ ਕਿਹਦਾ ਸਕੁਅਰ ਆ 60 ਦਾ, ਤਾਂ ਇਹ ਵੀ ਆਪਣੇ ਕੋਲ ਆਨਸਰ ਹੋ ਸਕਦਾ ਹੈ, ਠੀਕ ਹੈ ਜੀ। ਆਪਾਂ ਗੱਲ ਕਰੀਏ ਜਿਹੜਾ B ਆ ਉਹ ਆਨਸਰ ਨਹੀਂ ਹੋ ਸਕਦਾ। B ਕੀ ਆ ਆਨਸਰ ਨਹੀਂ ਹੋ ਸਕਦਾ ਕਿਉਂਕਿ ਬੱਚੋ ਪਰਫੈਕਟ ਸਕੁਅਰ ਨਹੀਂ ਹੈਗਾ, ਠੀਕ ਹੈ। ਉਹ ਪਰਫੈਕਟ ਸਕੁਅਰ ਨਹੀਂ ਹੈਗਾ। ਹੁਣ ਆਪਾਂ ਅੱਗੇ ਡਿਸਕਸ ਕਰਦੇ ਹਾਂ ਸਵਾਲ ਦੇ ਵਿੱਚ, ਜਿਹੜਾ 15 ਤੇ 18 ਤੇ 25 ਨਾਲ ਪੂਰਾ ਵੰਡਿਆ ਜਾਂਦਾ ਹੋਵੇ, ਠੀਕ ਹੈ। ਕਿਹੜਾ ਨੰਬਰ ਹੋ ਬੱਚੋ ਸਭ ਤੋਂ ਵੱਡਾ ਨੰਬਰ ਕਿਹੜਾ ਦੇ ਵਿੱਚ 25 25 ਦਾ ਟੇਬਲ ਪੜ੍ਹਦੇ ਆ। 25 ਨੂੰ 25 25 ਤੋਂ 50 50 ਤੇ 18 ਨਹੀਂ ਆਉਂਦਾ, 25 ਤੇ 75 15 ਆਉਂਦਾ, 18 ਨਹੀਂ ਆਉਂਦਾ, 25 ਚੋਂ 100 100 ਤੇ ਵੀ 18 ਨਹੀਂ ਆਉਂਦਾ, 25 5 125 ਤੇ ਵੀ ਆਉਂਦਾ, 25 ਸਿੱਕਾ ਕਿੰਨਾ ਆ ਗਿਆ 150। ਬੱਚੋ 150 ਤੇ ਜੇ ਆਪਾਂ ਗੱਲ ਕਰੀਏ 150 ਤੇ ਆਪਣੇ ਕੋਲ 15 ਦਾ ਆਉਂਦਾ, ਪਰ 150 ਤੇ ਆਪਣੇ ਕੋਲ 18 ਦੀ ਗੱਲ ਕਰੀਏ, ਦੇਖੋ 150 ਤੇ 18 ਆਪਣਾ ਨਹੀਂ ਆ ਰਿਹਾ, ਠੀਕ ਹੈ ਜੀ। ਅਗਰ ਆਪਾਂ 150 ਦੀ ਗੱਲ ਕਰੀਏ 18 ਨਹੀਂ ਆ ਰਿਹਾ। ਉਸ ਤੋਂ ਬਾਅਦ ਕਿੰਨਾ ਹੈ 175 ਆ ਗਿਆ। ਜੇ ਅਗਰ ਆਪਾਂ ਨੂੰ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਟੇਬਲ ਦੇ ਵਿੱਚ, ਆਪਾਂ ਨੂੰ ਇੱਕ ਨੰਬਰ ਤੇ ਡਿਵਾਈਡ ਕਰ ਲੈਂਦੇ ਹਾਂ ਕਾਮਨ। ਆਪਣੇ ਕੋਲ ਕਿੰਨੇ ਤੇ ਡਿਵਾਈਡ ਹੋ ਗਿਆ ਬੱਚੋ, ਜੇ ਆਪਾਂ ਨੂੰ ਕਾਮਨ ਕਰਦੇ ਹਾਂ ਡਿਵਾਈਡ, ਆਪਣੇ ਕੋਲ 25 ਦਾ ਇਸ ਤਰ੍ਹਾਂ ਹੀ ਰਹਿ ਜਾਏਗਾ। 25 ਬੱਚੋ ਆਪਣੇ ਕੋਲ ਇਸ ਤਰ੍ਹਾਂ ਰਹਿ ਜਾਏਗਾ। ਦੇਖੋ ਆਪਣੇ ਕੋਲ ਕਿੰਨਾ ਗਾ 15 18 ਤੇ 25 ਆ, ਠੀਕ ਹੈ ਜੀ। ਕਾਮਨ ਡਿਵਾਈਡ ਕਰਤਾ ਆਪਾਂ 3 ਤੇ, 3 ਤੇ ਡਿਵਾਈਡ ਕੀਤਾ ਬੱਚੋ ਕਿੰਨਾ ਆ ਗਿਆ ਆਪਣੇ ਕੋਲ 5। ਇੱਥੇ ਕਿੰਨਾ ਆ ਗਿਆ ਬੱਚੋ 6, ਉਰੇ ਕਿੰਨਾ ਆ ਗਿਆ ਆਪਣੇ ਕੋਲ 25, ਠੀਕ ਹੈ। ਕਿੰਨਾ ਆ ਗਿਆ ਬੱਚੋ 25। ਅੱਗੇ ਆਪਾਂ 5 ਤੇ ਡਿਵਾਈਡ ਕਰਦੇ ਹਾਂ, 1 ਆ ਗਿਆ, ਕਿੰਨਾ ਆ ਗਿਆ 6, ਉਰੇ ਕਿੰਨਾ ਆ ਗਿਆ ਆਪਣੇ ਕੋਲ 5, ਠੀਕ ਹੈ। ਤਾਂ ਇੱਥੇ ਬੱਚੋ ਆਪਣੇ ਕੋਲ ਕਾਮਨ ਕਿੰਨਾ 3 ਦੁਨੀ ਕਿੰਨਾ ਆ ਗਿਆ ਆਪਣੇ ਕੋਲ 30। ਇੱਥੇ ਤੱਕ ਕਾਮਨ ਬੱਚੋ ਕਿੰਨਾ ਆ ਗਿਆ 30। 30 ਦੀ ਗੁਣਾ ਕਿੰਨਾ ਕਰਾਂਗੇ ਬੱਚੋ 5 ਦੇ ਨਾਲ, 30 ਨੂੰ 5 ਨਾਲ ਕਰਾਂਗੇ ਬੱਚੋ ਕਿੰਨਾ ਬਣ ਗਿਆ 150। 150 ਦੀ ਬੱਚੋ ਕਿਹਦੇ ਨਾਲ ਕਰਾਂਗੇ 3 ਦੇ ਨਾਲ, ਤਾਂ ਕਿੰਨਾ ਉਹ ਬੱਚੋ ਆਪਣੇ ਕੋਲ 450, ਠੀਕ ਆ। ਜਿਹੜਾ ਆਪਣੇ ਕੋਲ 15 18 ਤੇ 25 ਦਾ ਐਲਸੀਐਮ ਹੋਊਗਾ ਬੱਚੋ ਕਿੰਨਾ ਹੋਊਗਾ 450 ਹੋਊਗਾ। ਕਿੰਨਾ ਹੋਊਗਾ ਬੱਚੋ 450 ਹੋਊਗਾ। ਇਹ ਆਪਣੇ ਕੋਲ ਐਲਸੀਐਮ ਆ ਗਿਆ 450, ਪਰ ਆਪਾਂ ਨੂੰ ਕੀ ਚਾਹੀਦਾ ਬੱਚੋ ਪਰਫੈਕਟ ਸਕੁਅਰ ਵੀ ਚਾਹੀਦਾ। ਜੇ ਆਪਣੇ 15 18 25 ਦੇ ਨਾਲ ਵੰਡੇ ਜਾਂਦੇ ਆ, ਅਗਲਾ ਨੰਬਰ 2 ਨਾਲ ਗੁਣਾ ਕਰੋ, ਕਿੰਨਾ ਆ ਗਿਆ ਆਪਣੇ ਕੋਲ 900। ਅਗਲੇ ਨੰਬਰ ਕਿਹਦੇ ਨਾਲ ਵੰਡੇ ਜਾਣਗੇ ਬੱਚੋ ਇਹ
900 ਦੇ ਨਾਲ ਵੰਡੇ ਜਾਣਗੇ। ਜਿਹੜਾ 900 ਬੱਚਿਓ ਪਰਫੈਕਟ ਸਕੁਅਰ ਵੀ ਹੈਗਾ, ਤਾਂ ਆਪਣਾ ਜਿਹੜਾ ਆਨਸਰ ਹੋਊਗਾ ਬੱਚਿਓ 900 ਹੋਊਗਾ। C ਵਾਲਾ ਆਪਣੇ ਬੱਚਿਓ ਕੀ ਹੋਊਗਾ ਆਨਸਰ ਹੋਊਗਾ। ਕਿਹੜਾ ਆਨਸਰ ਹੋਊਗਾ ਬੱਚਿਓ ਇਹਦੇ ਵਿੱਚ ਆਪਣਾ C ਵਾਲਾ ਇਹਦੇ ਵਿੱਚ ਆਪਣਾ ਆਨਸਰ ਹੋਊਗਾ। ਆਨਸਰ ਕਿਹੜਾ ਹੋਊਗਾ ਬੱਚੇ ਆਪਣੇ ਕੋਲੇ C ਵਾਲਾ ਇਹਦੇ ਵਿੱਚ ਆਪਾਂ ਆਨਸਰ ਟਿਕ ਕਰਾਂਗੇ। ਆਪਣਾ ਕਿੰਨਾ ਹੋਊਗਾ ਕਿਉਂਕਿ 900 ਕੀ ਹੈ ਪਰਫੈਕਟ ਸਕੁਅਰ ਹੈਗਾ, ਇਹਦਾ ਐਲਸੀਐਮ ਕਿੰਨਾ ਆ ਗਿਆ ਆਪਣੇ ਕੋਲੇ 450। ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ। ਠੀਕ ਹੈ ਜੀ ਬੱਚਿਓ, ਇਹ ਆਪਣਾ ਲਾਸਟ ਸਵਾਲ ਸੀ। ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਆਪਣੇ ਨਾਲ ਦੇ ਦੋਸਤ ਪੀਪੀਐਸਸੀ ਦੇ ਪੇਪਰ ਦੀ ਤਿਆਰੀ ਕਰਦੇ ਆ ਉਹ ਆਪਣਾ ਰੀਜ਼ਨਿੰਗ ਤੇ ਮੈਥ ਦਾ ਜਿਹੜਾ ਪੋਰਸ਼ਨ ਆ ਉਹਨੂੰ ਸਟਰੋਂਗ ਕਰ ਸਕਣ। ਤੇ ਵੀਡੀਓ ਨੂੰ ਦੇਖਣ ਲਈ ਬੱਚਿਓ ਤੁਹਾਡਾ ਧੰਨਵਾਦ।